ਕੈਪਟਨ ਸਾਹਿਬ ਦਾ ਸਮਝ ਆਈ ਵੀ ਚਲੋ ਉਹ ਨਾਲ ਸੀਗੇ, ਇਹਨਾਂ ਨੇ ਤਾਂ 24 ਘੰਟੇ ਕਹਿ ਦਿੱਤਾ ਸੀਗਾ ਜੀ ਵੀ 24 ਘੰਟੇ 'ਚ ਇਨਸਾਫ ਮਿਲੇਗਾ, ਪਰ 5 ਮਹੀਨੇ ਤੋਂ ਬਾਅਦ ਫਿਰ ਕਹਿ ਰਹੇ ਆ ਵੀ 6 ਮਹੀਨੇ ਹੋਰ ਦੇ ਦਿਓ। ਕਿਹਾ ਜਾ ਰਿਹਾ ਵੀ ਏਜੀ ਘਈ ਦੀ ਨਿਯੁਕਤੀ ਇਸੇ ਕਰਕੇ ਕੀਤੀ ਗਈ ਹੈ ਤਾਂ ਜੋ ਇਸ ਨੂੰ ਕਮਜ਼ੋਰ ਕੀਤਾ ਜਾ ਸਕੇ। ਇੱਥੇ ਆ ਕੇ ਮਿੱਠੇ ਮੰਨਣਗੇ। ਹੁਣ ਸਪੀਕਰ ਨੇ ਉਰੇ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ, ਛੁੱਟੀਆਂ ਤੇ ਟਾਈਮ ਵਿਰੋਧੀਆਂ ਦੇ ਪੱਖ 'ਚ ਦੇ ਦੇਣਾ ਹੈਗਾ। ਜਿਹੜੇ ਸਾਡੇ ਪ੍ਰੋਸੀਕਿਊਟ ਕਰਨ ਵਾਲੇ ਆ ਉਹਨਾਂ ਦੇ ਉੱਤੇ ਉਹਨਾਂ ਦੇ ਵਕੀਲ ਬਿਠਾ ਦੇਣੇ ਆ। ਇਹ ਸਪਸ਼ਟ ਸਾਨੂੰ ਦਿਖਦਾ ਹੈ ਕਿ ਖੁਰਦ-ਬੁਰਦ ਕੀਤਾ ਜਾਊਗਾ। ਸਰਕਾਰਾਂ ਇਹ ਵੀ ਕਹਿੰਦੀਆਂ ਨਜ਼ਰ ਆ ਰਹੀਆਂ ਜਾਂ ਉਹਨਾਂ ਦੇ ਬੰਦੇ ਉਹ ਕਹਿੰਦੇ ਜੀ ਸਰਦਾਰ ਇਮਾਨ ਸਿੰਘ ਮਾਨ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖਾਂ ਦੇ ਮਸਲਿਆਂ 'ਚ ਪਹੁੰਚ ਤਾਂ ਜਾਂਦੇ ਆ, ਕਹਿੰਦੇ ਖੁਦ ਨਜਾਇਜ਼ ਕਬਜ਼ੇ ਕੀਤੇ ਹੋਏ ਨੇ। ਹਾਲਾਂਕਿ ਤੁਹਾਡੀ ਪਾਰਟੀ ਵੱਲੋਂ ਇਹਦੇ ਬਾਰੇ ਆ ਗਿਆ, ਪਰ ਤੁਹਾਡਾ ਕੀ ਸਪਸ਼ਟ? ਵੱਢ ਕੇ ਸੁੱਟ ਕੇ ਗਾਲ ਕੇ ਸਾੜ ਕੇ ਗੰਦੀਆਂ ਨਾਲੀਆਂ 'ਚ ਸੁੱਟ ਕੇ ਰੂੜੀਆਂ 'ਚ ਸੁੱਟ ਕੇ ਉਹਦਾ ਇਨਸਾਫ ਨਹੀਂ ਹੋਇਆ ਹੈਗਾ। ਇਸ ਦੇਸ਼ ਦੇ ਵਿੱਚ ਸਿੱਖ ਹੋਣਾ ਇੱਕ ਜ਼ੁਲਮ ਬਣ ਗਿਆ ਹੈਗਾ। ਜਿਹੜਾ ਪਟੇਲ ਨੇ ਕਿਹਾ ਸੀਗਾ ਮੁਲਜ਼ਾਮ ਪੇਸ਼ਾ ਕੌਮ ਹੈ, ਸਾਨੂੰ ਉਸ ਨਜ਼ਰਾਨੇ 'ਚ ਇਹ ਦੇਖਦੇ ਹੈਗੇ ਆ ਔਰ ਸਾਡੇ ਕਿਸੇ ਵੀ ਗੱਲ ਤੇ ਅਮਲ ਨਹੀਂ ਕਰਦੇ। ਕੈਪਟਨ ਸਾਹਿਬ ਦਾ ਸਮਝ ਆਈ ਵੀ ਚਲੋ ਉਹ ਨਾਲ ਸੀਗੇ, ਇਹਨਾਂ ਨੇ ਤਾਂ 24 ਘੰਟੇ ਕਹਿ ਦਿੱਤਾ ਸੀਗਾ ਜੀ ਵੀ 24 ਘੰਟੇ 'ਚ ਇਨਸਾਫ ਮਿਲੇਗਾ, ਪਰ 5 ਮਹੀਨੇ ਤੋਂ ਬਾਅਦ ਫਿਰ ਕਹਿ ਰਹੇ ਆ ਵੀ 6 ਮਹੀਨੇ ਹੋਰ ਦੇ ਦਿਓ। ਜਿਹੜੇ ਤੁਸੀਂ ਦੇਖਦੇ ਹੋ ਆ ਡੇਰੇ ਵਾਲੇ ਸਾਧ ਨੂੰ ਛੁੱਟੀਆਂ ਮਿਲ ਰਹੀਆਂ। ਪਿਛਲੇ ਸਮੇਂ 'ਚ ਜਿਹੜੀਆਂ ਗੋਲੀਆਂ ਸਾਡੇ ਸ਼ਹੀਦਾਂ ਨੂੰ ਮਾਰੀਆਂ ਸੀ ਉਹਦੀ ਟੈਂਪਰਿੰਗ ਕਰਕੇ ਸਾਰਾ ਪ੍ਰੂਫ ਖੁਰਦ-ਬੁਰਦ ਕਰਤਾ। ਇਹ ਜਾਣ ਕੇ ਟਾਈਮ ਵਧਾ ਰਹੇ ਆ ਤਾਂ ਕਿ ਉਹ ਆਪਣੇ ਪ੍ਰੂਫ ਖੁਰਦ-ਬੁਰਦ ਕਰ ਦੇਣ, ਵਿਟਨੈਸਸ ਨੂੰ ਧਮਕੀਆਂ ਦੇਣ ਔਰ ਇਹ ਲੰਬਾ ਪਾ ਕੇ ਇਹ ਕੇਸ ਨੂੰ ਖੁਰਦ-ਬੁਰਦ ਤੇ ਤੁਲੇ ਹੋਏ ਆ ਕਿਉਂਕਿ ਵੋਟਾਂ ਇਹਨਾਂ ਨੇ ਉਹਨਾਂ ਤੋਂ ਹੀ ਲੈਣੀਆਂ। ਲਗਾਤਾਰ ਸ਼੍ਰੋਮਣੀ ਕਮੇਟੀ ਨੂੰ ਜਿਹੜੀ ਸਿੱਖਾਂ ਦੀ ਸਰਮੋਹ ਸੰਸਥਾ ਕਿਹਾ ਜਾਂਦਾ, ਪਰ ਨਾ ਤਾਂ ਉਧਰੋਂ ਕੋਈ ਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹਦੇ ਬਾਰੇ ਬੋਲ ਰਹੇ ਜੀ। ਉਹਨਾਂ ਦਾ ਕੀ ਕਾਰਨ ਹੋ ਸਕਦਾ? ਮੈਂ ਸਮਝਦਾ ਇਹ ਕਮੇਟੀ ਦਾ ਕੋਈ ਮਾਇਨਾ ਨਹੀਂ ਹੈਗਾ। 5 ਸਾਲ ਦੀ ਚੋਣ ਹੈਗੀ ਹੈ। 1947 ਤੋਂ ਬਾਅਦ SGPC ਦੀ ਚੋਣ ਸਿਰਫ 8 ਵਾਰੀ ਹੋਈ ਹੈ, ਜਦ ਕਿ ਅੱਜ 17ਵੀਂ ਲੋਕ ਸਭਾ ਚੱਲ ਰਹੀ ਹੈ। ਸ਼੍ਰੋਮਣੀ ਕਮੇਟੀ 1920-25 'ਚ ਬਣੀ ਸੀਗੀ, ਯੂਨੀਵਰਸਲ ਸਫਰੇਜ ਲੈ ਕੇ ਆਈ ਸੀ। ਇਹ ਸਭ ਤੋਂ ਸਰਮੌਰ ਡੈਮੋਕ੍ਰੈਟਿਕ ਸੰਸਥਾ ਹੈ। ਇਹਨੂੰ ਬਿਲਕੁਲ ਖੁਰਦ ਕਰਤਾ, ਇਹਦੇ ਚੋਣ ਨਹੀਂ ਰੱਖੇ। ਇੱਕ ਸੁਪਰੀਮ ਕੋਰਟ ਦਾ ਫੈਸਲਾ ਕੇਸਵਨੰਦ ਭਾਰਤੀ 'ਚ ਕਹਿੰਦੀ ਹੈ ਸੁਪਰੀਮ ਕੋਰਟ ਡੈਮੋਕ੍ਰੇਸੀ ਇਜ਼ ਦਾ ਬੇਸਿਕ ਸਟਰਕਚਰ ਆਫ ਇੰਡੀਆ ਔਰ ਇਲੈਕਸ਼ਨਸ ਆਰ ਦਾ ਬੇਸਿਕ ਸਟਰਕਚਰ ਆਫ ਡੈਮੋਕ੍ਰੇਸੀ। ਮਤਲਬ ਨੀਹਾਂ ਦੀਆਂ ਨੀਹਾਂ ਚੋਣ ਹੈ। ਸਾਡੀਆਂ ਨੀਹਾਂ ਦੀਆਂ ਨੀਹਾਂ ਖੁਰਦ-ਬੁਰਦ ਕਰਕੇ ਸਾਡੇ ਚੋਣ ਨਾ ਰਖਾ ਕੇ 10-10 ਸਾਲ ਵਾਂਝੇ ਕਰਕੇ ਇਹਨਾਂ ਨੇ ਆਪਣੇ ਜਿਹੜੇ ਸੁਹਿਰਦ ਹੈ, ਜਿਹੜੇ ਕਾਗਜ਼ਾਂ 'ਚੋਂ ਪਰਚੀਆਂ 'ਚੋਂ ਨਿਕਲਦੇ ਆ ਉਹ ਲਿਖਾਏ ਹੋਏ ਆ। ਉਹ ਕਦੀ ਇਸ ਕੇਸ ਤੇ ਨਿਗਾਹ ਨਹੀਂ ਪਾਉਂਦੇ। ਉਹ ਤਾਂ ਆਪਣੇ 328 ਸਰੂਪ ਨਹੀਂ ਬਚਾ ਸਕੇ, ਉਹਦਾ ਨਿਆਂ ਨਹੀਂ ਦੇ ਸਕੇ। ਇਹ ਇੱਕ ਸੈਂਟਰਲ ਕੰਟਰੋਲ ਏਜੰਸੀ ਬਣ ਗਈ। ਜਿੰਨੀ ਦੇਰ ਇਹਦੇ ਵਿੱਚ ਚੋਣ ਨਹੀਂ ਹੁੰਦੇ, ਸਾਡੇ ਗੁਰੂ ਦੀ ਮੱਤ ਨਾਲ ਸੰਗਤ ਦੀ ਮੱਤ ਸਹਿਮਤ ਨਹੀਂ ਹੁੰਦੀ ਹੈਗੀ, ਓਨੀ ਦੇਰ ਇਹਨਾਂ ਨੇ ਇਹੋ ਜਿਹੇ ਕੰਮ ਕਰਨੇ ਆ। ਸਰਬੱਤ ਖਾਲਸੇ 'ਚ ਅਸੀਂ ਆਪਣੇ ਕੌਮ ਦੇ ਅਕਾਲ ਤਖਤ ਦੇ ਜਥੇਦਾਰ ਹਵਾਰਾ ਸਾਹਿਬ ਨਿਯੁਕਤ ਕੀਤੇ ਸੀ, ਉਹ ਬੰਦੀ ਸਿੰਘ ਹੈ। ਅੱਜ ਇਹ SGPC ਨੂੰ ਉਹਨਾਂ ਨੂੰ ਅਕਾਲ ਤਖਤ ਤੇ ਬਿਠਾ ਦੇਣਾ ਚਾਹੀਦਾ, ਫੇਰ ਦੇਖੋ ਕਿਵੇਂ ਕੰਮ ਚੱਲੂ। ਇਸ ਮਾਮਲੇ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਜੀ ਤਾਂ ਏਜੀ ਘਈ ਸਾਹਿਬ ਦੇ ਉੱਤੇ ਵੀ ਬਹੁਤ ਸਾਰੀਆਂ ਜਿਹੜੇ ਸਵਾਲ ਜਾਂ ਚਿੰਨ੍ਹ ਉਠਾਏ ਜਾ ਰਹੇ ਨੇ। ਕਿਹਾ ਜਾ ਰਿਹਾ ਵੀ ਏਜੀ ਘਈ ਦੀ ਨਿਯੁਕਤੀ ਇਸੇ ਕਰਕੇ ਕੀਤੀ ਗਈ ਹੈ ਤਾਂ ਜੋ ਇਸ ਨੂੰ ਕਮਜ਼ੋਰ ਕੀਤਾ ਜਾ ਸਕੇ। ਇੱਥੇ ਆ ਕੇ ਮਿੱਠੇ ਮੰਨਣਗੇ। ਹੁਣ ਸਪੀਕਰ ਨੇ ਉਰੇ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ, ਛੁੱਟੀਆਂ ਤੇ ਟਾਈਮ ਵਿਰੋਧੀਆਂ ਦੇ ਪੱਖ 'ਚ ਦੇ ਦੇਣਾ ਹੈਗਾ। ਜਿਹੜੇ ਸਾਡੇ ਪ੍ਰੋਸੀਕਿਊਟ ਕਰਨ ਵਾਲੇ ਆ ਉਹਨਾਂ ਦੇ ਉੱਤੇ ਉਹਨਾਂ ਦੇ ਵਕੀਲ ਬਿਠਾ ਦੇਣੇ ਆ। ਇਹ ਸਪਸ਼ਟ ਸਾਨੂੰ ਦਿਖਦਾ ਹੈ ਕਿ ਖੁਰਦ-ਬੁਰਦ ਕੀਤਾ ਜਾਊਗਾ। ਬਹੁਤ ਸਾਰੇ ਲੋਕ ਕਹਿ ਰਹੇ ਵੀ ਇਹ ਤਾਂ ਜੀ ਇੰਡੀਅਨ ਗਵਰਨਮੈਂਟ ਦੀ ਚਾਲ ਸੀਗੀ, ਇਹ ਮਤ ਜਾਣੀਏ ਵੀ ਇਹ ਸਿਰਫ ਸੌਦਾ ਸਾਧ ਦੇ ਵੱਲੋਂ ਕਰਵਾਇਆ ਗਿਆ, ਤਾਂ ਉਹਨਾਂ ਦੇ ਵੱਲੋਂ ਤਾਂ ਕੀ ਫਿਰ ਹੁਣ ਇਹ ਮਾਮਲਾ ਜੇ ਉਹਨਾਂ ਨੂੰ ਵੀ ਦੋਸ਼ੀ ਮੰਨਦੇ ਹੋ ਤਾਂ ਲੋਕ ਸਭਾ ਤੱਕ ਵੀ ਗੂੰਜੇਗਾ, ਮਾਨ ਸਾਹਿਬ ਕਰਨਗੇ। ਜੇ ਇੰਡੀਅਨ ਸਰਕਾਰ ਇਸ ਦੇ ਵਿੱਚ ਇਨਵੋਲਵ ਨਾ ਹੁੰਦੀ ਤਾਂ ਸੱਚੇ ਸੌਦ ਨੂੰ ਬਾਰ-ਬਾਰ ਛੁੱਟੀ ਕਿਉਂ ਮਿਲਦੀ ਇਲੈਕਸ਼ਨਾਂ ਦੇ ਆਲੇ ਦੁਆਲੇ? ਤੇ ਫਿਰ ਇਹ ਹੁਣ ਮਾਨ ਸਾਹਿਬ ਵੀ ਉੱਥੇ ਗੁੰਜੇਗਾ ਜੀ ਇਹ ਮਾਮਲਾ? ਬਿਲਕੁਲ ਕੋਸ਼ਿਸ਼ ਕਰਨਗੇ। ਉਹ ਇਕੱਲੇ ਬੰਦੇ ਆ, ਟਾਈਮ ਲੈਣਾ ਉੱਥੇ ਜਿਸ ਹਿਸਾਬ ਨਾਲ ਲੈਣਗੇ ਇਹ ਗੱਲ ਜ਼ਰੂਰ ਕਰਨਗੇ। ਅੱਜ ਹਰੇਕ ਕੋਈ ਇੱਥੇ ਮਤਲਬ ਕਿ ਇੱਕ ਮੰਗ ਰਿਹਾ, ਸਲਾਹ ਮੰਗ ਰਿਹਾ ਜੀ, ਤਾਂ ਤੁਹਾਡਾ ਕੀ ਸਲਾਹ ਹੈ ਵੀ ਇਹਨੂੰ ਮੋਰਚੇ ਨੂੰ ਕਿਸ ਤਰ੍ਹਾਂ ਸਫਲ ਬਣਾਇਆ ਜਾ ਸਕੇ? ਜਿਵੇਂ ਕਮੇਟੀ ਫੈਸਲਾ ਕਰੂਗੀ ਉਹ ਠੀਕ ਹੈ। ਮੈਂ ਇੱਥੇ ਇਹ ਵੀ ਬੇਨਤੀ ਕਰੂੰਗਾ ਕਿ 15 ਸਤੰਬਰ ਨੂੰ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ ਹੈ। ਅਸੀਂ ਸਾਰੇ ਮੁਲਕਾਂ ਨੂੰ ਦਿਖਾਈਏ ਇਕੱਠ ਕਰਕੇ ਹਰਿਮੰਦਰ ਸਾਹਿਬ ਕਿ ਅਸੀਂ ਗੁਰੂ ਸਾਹਿਬ ਦੀ ਜਮਹੂਰੀਅਤ ਨੂੰ ਬਹਾਲ ਕਰਨਾ ਚਾਹੁੰਦੇ ਹਾਂ, SGPC ਦੀ ਜਮਹੂਰੀਅਤ ਬਹਾਲ ਕਰਨਾ ਚਾਹੁੰਦੇ ਹਾਂ ਔਰ ਸਾਰੇ ਮੁਲਕਾਂ ਦੇ ਵਿੱਚ ਅਸੀਂ ਕਰਾਂਗੇ। ਅਮਰੀਕਾ, ਕੈਨੇਡਾ, ਸਵਿਟਜ਼ਰਲੈਂਡ, ਇੰਗਲੈਂਡ ਸਾਰੇ ਕਿਤੇ ਕਰਾਂਗੇ ਕਿ ਇੰਡੀਆ ਇਜ਼ ਸਪਰੈਸਿੰਗ ਡੈਮੋਕ੍ਰੇਸੀ। ਜੇ ਜਮਹੂਰੀਅਤ ਪਸੰਦ ਤਰੀਕੇ ਨਾਲ ਆਪਾਂ ਇੱਕ ਮਤ ਹੋ ਜਾਂਦੇ ਹਾਂ, ਸਾਡੇ ਚੋਣ ਹੋ ਕੇ ਇੱਕ ਅੱਗੇ
ਜਾਂਦਾ ਹੈਗਾ ਉਹ ਇਸ ਗੱਲ ਨੂੰ ਪੱਕੇ ਹੱਥ ਲਊਗੀ। ਅਸੀਂ ਖਿੰਡੇ ਨਾ ਹੋਈਏ। ਇਹ ਜਾਣਬੁੱਝ ਕੇ ਸਟੇਟ ਸਾਡੀਆਂ ਇਲੈਕਸ਼ਨਾਂ ਖਤਮ ਕਰ ਰਿਹਾ ਹੈ ਤਾਂ ਕਿ ਅਸੀਂ ਇੱਕਮਤ ਹੋ ਕੇ ਆਪਣੇ ਮਤਭੇਦਾਂ ਦੇ ਉੱਤੇ ਉੱਠ ਕੇ ਚੋਣਾਂ ਰਾਹੀਂ ਆਪਣੀ ਇੱਕ ਆਵਾਜ਼ ਨਾ ਉਠਾ ਸਕੀਏ। ਮੇਰਾ ਲਾਸਟ ਸਵਾਲ ਹੈ ਜੀ, ਸਰਕਾਰਾਂ ਇਹ ਵੀ ਕਹਿੰਦੀਆਂ ਨਜ਼ਰ ਆ ਰਹੀਆਂ ਜਾਂ ਉਹਨਾਂ ਦੇ ਬੰਦੇ ਉਹ ਕਹਿੰਦੇ ਜੀ ਸਰਦਾਰ ਇਮਾਨ ਸਿੰਘ ਮਾਨ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖਾਂ ਦੇ ਮਸਲਿਆਂ 'ਚ ਪਹੁੰਚ ਤਾਂ ਜਾਂਦੇ ਆ, ਕਹਿੰਦੇ ਖੁਦ ਨਜਾਇਜ਼ ਕਬਜ਼ੇ ਕੀਤੇ ਹੋਏ ਨੇ। ਹਾਲਾਂਕਿ ਤੁਹਾਡੀ ਪਾਰਟੀ ਵੱਲੋਂ ਇਹਦੇ ਬਾਰੇ ਆ ਗਿਆ, ਪਰ ਤੁਹਾਡਾ ਕੀ ਸਪਸ਼ਟੀਕਰਨ? ਜਿਹੜੀ ਜ਼ਮੀਨ ਮੇਰੇ ਨਾਂ ਤੇ ਹੈ, ਮੇਰੇ ਦਾਦਾ ਸਰ ਜੋਗਿੰਦਰ ਸਿੰਘ ਮਾਨ ਨੇ 1985-90 'ਚ ਉਹਦੇ ਆਲੇ ਦੁਆਲੇ ਉਹਨਾਂ ਨੇ ਖਰੀਦੀ ਸੀਗੀ। ਉਹਨਾਂ ਦੇ ਮੌਤ ਤੋਂ ਬਾਅਦ ਜਿਹੜੇ 8 ਕਿੱਲੇ ਸੀਗੇ, 4 ਮੇਰੇ ਤਾਇਆ ਜੀ ਦੇ ਪਰਿਵਾਰ ਨੂੰ, 4 ਮੇਰੇ ਪਰਿਵਾਰ ਨੂੰ, ਜਿਹਦੇ ਵਿੱਚ 2 ਮਾਨ ਸਾਹਿਬ ਨੂੰ, 2 ਮੈਨੂੰ, ਅਸੀਂ ਉਹਦੇ ਵਿੱਚੋਂ 1 ਵੇਚ ਕੇ 3 ਵੇਚ ਕੇ ਔਰ ਮੁੜ ਜਿਹੜਾ ਅਸੀਂ ਹੋਰ ਪੈਸਾ ਇਕੱਠਾ ਕੀਤਾ ਸੀ ਉਹਦੇ ਨਾਲ ਮੇਰੇ ਵਾਈਫ ਦੇ ਨਾਂ ਕਿ ਉਹਦਾ ਵੀ ਕੁਝ ਹੋਣਾ ਚਾਹੀਦਾ ਹੈ। ਉੱਥੇ ਮੇਰਾ ਖਿਆਲ 11 ਕਿੱਲੇ ਲਿੱਤੇ ਹੈਗੇ ਆ। ਕੁੱਲ ਸਾਡੇ ਕੋਲੇ 12-13 ਉੱਥੇ ਏਕੜ ਹੈਗੇ ਆ ਜਿਹੜੇ ਮੇਰੇ ਜੱਦੀ ਆ, ਮੈਨੂੰ ਉਹ ਵਿਲ ਰਾਹੀਂ ਆਏ ਹੈਗੇ ਆ। ਉੱਥੇ ਮੇਰਾ 1.25 ਏਕੜ ਹੈ, ਨਾ ਕਿ 125 ਏਕੜ। ਔਰ ਇਹ ਗੱਲ ਦੇ ਉੱਤੇ 11-12 ਕਿੱਲੇ ਇੱਕ ਪਾਸੇ ਤੁਸੀਂ ਕਹਿੰਦੇ 1.25 ਏਕੜ, ਇੱਕ ਪਾਸੇ ਜਿਹੜੇ ਮੇਰਾ ਨਾਂ ਇਮਾਨ ਸਿੰਘ ਹੈ, ਮੇਰੇ ਵਾਈਫ ਦਾ ਨਾਂ ਈਸ਼ਵਰਾ ਕੌਰ ਹੈ। ਅਸੀਂ ਇਕੱਠੇ ਹੋਣ ਦੇ ਨਾਤੇ ਮੈਂ ਤੁਹਾਨੂੰ ਕਹਿ ਰਿਹਾ ਕਿ 12-13 ਹੋ ਸਕਦੇ ਆ ਕਿ 2 ਜੀਵ ਦੇ। ਮੇਰੇ ਨਾਂ ਤੇ 2 ਕਿੱਲੇ ਮੈਨੂੰ ਮੇਰੇ ਦਾਦੇ ਨੇ ਬਖਸ਼ੇ ਸੀਗੇ, ਉਹਦੇ ਵਿੱਚੋਂ ਮੇਰਾ 1.25 ਕਿੱਲਾ ਰਹਿ ਗਿਆ ਹੈਗਾ ਜਿਹੜਾ ਉਹਨਾਂ ਨੇ 125 ਦੱਸਿਆ ਹੈਗਾ। ਇਹ ਬਹੁਤ ਮਾੜੀ ਰਣਨੀਤੀ, ਇੱਕ ਖੋਹ ਨੀਤੀ ਇਹਨਾਂ ਨੇ ਤੋਰੀ ਹੋਈ ਹੈ। ਬਦਨਾਮ ਕਰਨ ਨੂੰ ਇਹ ਫਿਰਦੇ ਹੈਗੇ ਆ। ਇਹਦੀ ਅਸੀਂ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਤੋਂ ਪੂਰਾ ਇਨਸਾਫ ਲਵਾਂਗੇ। ਬਿਲਕੁਲ। ਸੋ ਇਹ ਸੀ ਸਰਦਾਰ ਇਮਾਨ ਸਿੰਘ ਮਾਨ ਸਾਹਿਬ, ਜਿਨ੍ਹਾਂ ਦੇ ਵੱਲੋਂ ਇੱਥੇ ਬਾਈਬਲ ਕਲਾਂ ਵਿਖੇ ਆ ਕੇ ਬੇਅਦਬੀ ਇਨਸਾਫ ਦੀ ਗੱਲ ਜਿਹੜੀ ਕੀਤੀ ਗਈ ਔਰ ਇੱਕ ਸਰਕਾਰਾਂ ਨੂੰ ਵੀ ਕਿਹਾ ਗਿਆ ਵੀ ਇਹਦਾ ਇਨਸਾਫ ਜ਼ਰੂਰ ਦਿੱਤਾ ਜਾਵੇ, ਨਹੀਂ ਫਿਰ ਇਹਦੇ ਬਾਅਦ ਜੋ ਹਾਲਾਤ ਰਹਿਣਗੇ ਉਹਦੇ ਲਈ ਸਰਕਾਰਾਂ ਹੀ ਜ਼ਿੰਮੇਵਾਰ ਹੋਣਗੀਆਂ। ਪਰ ਹੁਣ ਵੇਖਣਾ ਹੋਵੇਗਾ ਕਿ ਮਾਨ ਸਰਕਾਰ ਇਸ ਮਾਮਲੇ ਦੇ ਉੱਤੇ ਇਨਸਾਫ ਦਿੰਦੀ ਹੈ ਕਿ ਜੇਕਰ ਦਿੰਦੀ ਹੈ ਤਾਂ ਕਦੋਂ ਦਿੰਦੀ ਹੈ। ਮਨਵਿੰਦਰ ਸਿੰਘ ਟਵਾਣਾ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਬਾਈਬਲ ਕਲਾਂ। ਕੈਪਟਨ ਸਾਹਿਬ ਦਾ ਸਮਝ ਆਈ ਵੀ ਚਲੋ ਉਹ ਨਾਲ ਸੀਗੇ, ਇਹਨਾਂ ਨੇ ਤਾਂ 24 ਘੰਟੇ ਕਹਿ ਦਿੱਤਾ ਸੀਗਾ ਜੀ ਵੀ 24 ਘੰਟੇ 'ਚ ਇਨਸਾਫ ਮਿਲੇਗਾ, ਪਰ 5 ਮਹੀਨੇ ਤੋਂ ਬਾਅਦ ਫਿਰ ਕਹਿ ਰਹੇ ਆ ਵੀ 6 ਮਹੀਨੇ ਹੋਰ ਦੇ ਦਿਓ। ਕਿਹਾ ਜਾ ਰਿਹਾ ਵੀ ਏਜੀ ਘਈ ਦੀ ਨਿਯੁਕਤੀ ਇਸੇ ਕਰਕੇ ਕੀਤੀ ਗਈ ਹੈ ਤਾਂ ਜੋ ਇਸ ਨੂੰ ਕਮਜ਼ੋਰ ਕੀਤਾ ਜਾ ਸਕੇ। ਇੱਥੇ ਆ ਕੇ ਮਿੱਠੇ ਬਣਨਗੇ। ਹੁਣ ਸਪੀਕਰ ਨੇ ਉਰੇ ਮਿੱਠੀਆਂ ਗੱਲਾਂ ਕਰਨੀਆਂ, ਛੁੱਟੀਆਂ ਤੇ ਟਾਈਮ ਵਿਰੋਧੀਆਂ ਦੇ ਪੱਖ 'ਚ ਦੇ ਦੇਣਾ ਹੈਗਾ। ਜਿਹੜੇ ਸਾਡੇ ਪ੍ਰੋਸੀਕਿਊਟ ਕਰਨ ਵਾਲੇ ਆ ਉਹਨਾਂ ਦੇ ਉੱਤੇ ਉਹਨਾਂ ਦੇ ਵਕੀਲ ਬਿਠਾ ਦੇਣੇ ਆ। ਇਹ ਸਪਸ਼ਟ ਸਾਨੂੰ ਦਿਖਦਾ ਹੈ ਕਿ ਖੁਰਦ-ਬੁਰਦ ਕੀਤਾ ਜਾਊਗਾ। ਸਰਕਾਰਾਂ ਇਹ ਵੀ ਕਹਿੰਦੀਆਂ ਨਜ਼ਰ ਆ ਰਹੀਆਂ ਜਾਂ ਉਹਨਾਂ ਦੇ ਬੰਦੇ ਉਹ ਕਹਿੰਦੇ ਜੀ ਸਰਦਾਰ ਇਮਾਨ ਸਿੰਘ ਮਾਨ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖਾਂ ਦੇ ਮਸਲਿਆਂ 'ਚ ਪਹੁੰਚ ਤਾਂ ਜਾਂਦੇ ਆ, ਕਹਿੰਦੇ ਖੁਦ ਨਜਾਇਜ਼ ਕਬਜ਼ੇ ਕੀਤੇ ਹੋਏ ਨੇ। ਹਾਲਾਂਕਿ ਤੁਹਾਡੀ ਪਾਰਟੀ ਵੱਲੋਂ ਇਹਦੇ ਬਾਰੇ ਆ ਗਿਆ, ਪਰ ਤੁਹਾਡਾ ਕੀ ਸਪਸ਼ਟ?